ਅੰਬਰ ਕੂੰਜਾਂ ਕੁਰਲੀਆਂ ਬੱਗ ਬਹਿਠੇ ਆਏ ਜਿਉ ਸਾ ਧਨ ਚੱਲੀ ਸਾਹੁਰੇ ਕਿਆ ਮੁਹ ਦੇਸੀ ਅੱਗੇ ਜਾਏ ਜਿਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਬੀਤਦਾ ਹੋਇਆ ਦਿਨ ਸਾਨੂੰ ਉਸ ਦਿਨ ਦੇ ਨਜ਼ਦੀਕ ਲੈ ਕੇ ਜਾ ਰਿਹਾ ਹੈ ਜਿਸ ਦਿਨ ਦੇ ਆਉਣ ਤੋਂ ਬਾਅਦ ਸਾਨੂੰ ਅਗਲਾ ਦਿਨ ਨਹੀਂ ਮਿਲਣਾ। ਇੱਕ ਦਿਨ ਐਸਾ ਸੀ ਜਿਸ ਦਿਨ ਅਸੀਂ ਸੰਸਾਰ ਦੇ ਵਿੱਚ ਪੈਦਾ ਹੋਏ ਸਾਂ। ਇੱਕ ਉਹ ਦਿਨ ਵੀ ਆਉਣਾ ਹੈ ਜਿਸ ਦਿਨ ਅਸੀਂ ਸੰਸਾਰ ਨੂੰ ਛੱਡ ਦੇਣਾ ਹੈ। ਸਰੀਰ ਦੇ ਅੰਦਰ ਬੈਠੀ ਹੋਈ ਜੀਵ ਆਤਮਾ ਨੂੰ ਇਹ ਸਰੀਰ ਤਿਆਗ ਦੇਣਾ ਪੈਣਾ ਹੈ। ਜੀਵਨ ਦਾ ਜੋ ਵਕਤ, ਜੋ ਸਮਾਂ ਸਾਨੂੰ ਉਸ ਮਾਲਕ ਪ੍ਰਭੂ ਨੇ ਬਖਸ਼ਿਸ਼ ਕੀਤਾ ਹੈ, ਇਹਦਾ ਮਨੋਰਥ ਪ੍ਰਭੂ ਦੇ ਗੁਣਾਂ ਨੂੰ ਕਮਾਉਣਾ ਹੀ ਹੈ। ਪਰ ਕਿਉਂਕਿ ਮਨੁੱਖੀ ਸੁਭਾਵ ਮਨ ਦੇ ਅਧੀਨ ਕੁਝ ਇਸ ਪ੍ਰਕਾਰ ਦਾ ਹੋ ਗਿਆ ਹੈ ਕਿ ਇਸ ਸੁਭਾਅ ਦੇ ਵਿੱਚ ਕੇਵਲ ਮੈਂ ਮੇਰੀ ਦਾ ਬੜਾ ਵੱਡਾ ਅਸਰ ਬੜੇ ਸਪਸ਼ਟ ਰੂਪ ਦੇ ਵਿੱਚ ਵੇਖਣ ਵਾਸਤੇ ਮਿਲ ਰਿਹਾ ਹੈ। ਮੈਨੂੰ ਸਤਿਗੁਰੂ ਜੀ ਨੇ ਉਂਝ ਮਾੜਾ ਨਹੀਂ ਕਿਹਾ, ਬਸ਼ਰਤੇ ਜੇ ਅਸਲ ਮੈਂ ਦੀ ਪਛਾਣ ਹੋ ਜਾਵੇ। ਪਰ ਕਿਉਂਕਿ ਅਸੀਂ ਆਪਣੇ ਅਸਲੇ ਨੂੰ, ਆਪਣੇ ਮੂਲ ਨੂੰ ਨਹੀਂ ਪਛਾਣ ਪਾਉਂਦੇ, ਇਸੇ ਕਰਕੇ ਉਹ ਕਰਮ ਜਿਨ੍ਹਾਂ ਨੂੰ ਅਸੀਂ ਆਪਣੇ ਭਲੇ ਦਾ, ਆਪਣੇ ਹਿੱਤ ਦਾ ਸਮਝੀ ਬੈਠੇ ਹਾਂ, ਔਰ ਜਿਨ੍ਹਾਂ ਨੂੰ ਆਪਣਾ ਹਿੱਤ ਜਾਣ ਕੇ ਅਸੀਂ ਕਰ ਰਹੇ ਹਾਂ ਕਰਮਾਂ ਨੂੰ, ਉਹ ਸਾਰੇ ਕੀਤੇ ਹੋਏ ਕਰਮ ਹੀ ਸਾਡਾ ਲੇਖਾ ਦੇਣ ਦਾ ਕਾਰਨ ਬਣ ਜਾਂਦੇ ਹਨ। ਬਸ ਗੁਰਦੇਵ ਪਾਤਸ਼ਾਹ ਸਾਨੂੰ ਇਸੇ ਹੀ ਭਰਮ, ਇਸੇ ਹੀ ਸੋਚ ਚੋਂ ਬਾਹਰ ਕੱਢ ਰਹੇ ਹਨ। ਉਹ ਕੁਚੱਜੀ ਜੀਵ ਇਸਤਰੀ ਜਿਹਨੂੰ ਆਪਣੇ ਕੁਚੱਜ ਦੀ, ਆਪਣੇ ਐਬਾਂ ਦੀ ਪਛਾਣ ਹੋ ਚੁੱਕੀ ਹੈ, ਔਰ ਆਪਣੇ ਜੀਵਨ ਦੇ ਵੱਲ ਜਦੋਂ ਉਹ ਧਿਆਨ ਦੇ ਨਾਲ ਵੇਖਦੀ ਹੈ ਤੇ ਬਹੁਤ ਸਾਰਾ ਉਹਦਾ ਜੀਵਨ ਦਾ ਸਮਾਂ ਅਜਾਈਂ ਜਾ ਚੁੱਕਿਆ ਹੈ। ਤੇ ਅੱਜ ਉਹ ਵਕਤ ਆ ਗਿਆ ਜਿਸ ਨੂੰ ਇਸ ਜੀਵਨ ਦਾ ਅੰਤਮ ਪੜਾਵ ਕਿਹਾ ਜਾਂਦਾ ਹੈ। ਬਾਲ, ਜਵਾਨੀ ਅਰ ਬਿਰਧ ਪੁਨ ਤੀਨ ਅਵਸਥਾ ਜਾਨ।
ਉਸ ਜੀਵ ਇਸਤਰੀ ਦੇ ਵੱਲੋਂ ਹੋ ਕੇ ਸਤਿਗੁਰੂ ਆਖਦੇ ਹਨ, ਅੰਬਰ ਕੂੰਜਾਂ ਕੁਰਲੀਆਂ। ਇਹਦੇ ਹੁਣ ਮੈਂ ਤਕਰੀਬਨ 3-4-5 ਟੀਕੇ ਪੜ੍ਹੇ ਤੇ ਮੈਨੂੰ 3 ਅਰਥ ਇਸ ਇੱਕ ਪੰਕਤੀ ਦੇ ਪੜ੍ਹਨ ਵਾਸਤੇ ਮਿਲੇ ਹਨ। ਇਸ ਤੋਂ ਪਹਿਲਾਂ ਕਿ ਅਸੀਂ ਦਰਪਣ ਵਾਲੇ ਅਰਥਾਂ ਵੱਲ ਆਈਏ, ਬਾਕੀ ਜੋ ਟੀਕਾਕਾਰਾਂ ਨੇ ਅਰਥ ਕੀਤੇ ਹਨ ਉਹ ਆਪ ਨਾਲ ਸਭ ਤੋਂ ਪਹਿਲੇ ਸਾਂਝੇ ਕਰਦੇ ਮਾਂ। ਇੱਕ ਟੀਕਾ ਇਹਦੇ ਅਰਥ ਇਹ ਕਰਦਾ ਹੈ, ਅੰਬਰ, ਰੁਕਣਾ ਹੈ ਰਾਰੇ ਨੂੰ ਕਿਉਂਕਿ ਸਿਹਾਰੀ ਹੈ ਅੰਬਰ ਵਿੱਚ। ਅੰਬਰ ਕਹਿੰਦੇ ਹਨ ਆਕਾਸ਼ ਨੂੰ, ਚਿਦਾਕਾਸ਼, ਦਿਮਾਗ, ਮਨੁੱਖ ਦੀ ਸੋਚ ਵਿਚਾਰ, ਜਿੱਥੋਂ ਇੱਕ ਜਿਹੜੀ ਸੋਚ ਸਾਨੂੰ ਚਲਾ ਰਹੀ ਹੈ ਕਿ ਉਮਰ ਦੇ ਬੀਤਣ ਦੇ ਨਾਲ ਨਾਲ, ਕਿਉਂਕਿ ਬੱਗ ਕਿਹਾ ਜਾਂਦਾ ਹੈ ਬਗਲਿਆਂ ਨੂੰ, ਔਰ ਬੱਗ ਦਾ ਬਹੁਤ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਅਰਥ ਜਿੱਥੇ ਅਡੰਬਰ ਔਰ ਪਖੰਡ ਆਉਂਦਾ ਹੈ, ਪਖੰਡ ਨਾਲ ਅੱਖਾਂ ਬੰਦ ਕਰ ਲੈਣੀਆਂ, ਇੱਕ ਉਹ ਬੱਗ ਧਿਆਨ, ਬੱਕ ਧਿਆਨ ਜਿਹਨੂੰ ਕਹਿੰਦੇ ਹਨ ਸਤਿਗੁਰੂ, ਉੱਥੇ ਬੱਗ ਦਾ ਅਰਥ ਚਿੱਟੇ ਕੇਸ ਵੀ ਹੈ, ਭਾਵ ਬੁਢੇਪਾ। ਤੇ ਪਹਿਲਾ ਇਹਦਾ ਅਰਥ ਕੀਤਾ ਹੈ ਟੀਕਾਕਾਰਾਂ ਨੇ ਬਈ ਮਨੁੱਖ ਜਿਉਂ ਬੁਢੇਪੇ ਦੀ ਅਵਸਥਾ ਵਿੱਚ ਪਹੁੰਚਦਾ ਹੈ, 3 ਅਵਸਥਾ ਵਿੱਚੋਂ 2 ਤੇ ਇਹਨੇ ਜੀ ਲਈਆਂ, ਜਦੋਂ ਤੀਸਰੀ ਅਵਸਥਾ ਦੇ ਵਿੱਚ ਇਹਨੇ ਪ੍ਰਵੇਸ਼ ਕੀਤਾ, ਭਾਵ ਜਦੋਂ ਬਗਲੇ ਆ ਕੇ ਬੈਠ ਗਏ, ਭਾਵ ਜਦੋਂ ਕੇਸ ਪੁੰਡਰ ਹੋ ਗਏ, ਭਾਵ ਸਫੇਦ ਹੋ ਗਏ, ਤੇ ਉਸ ਵੇਲੇ ਮਨੁੱਖ ਨੂੰ ਕਈ ਵਾਰ ਇਹਦੇ ਕੰਨਾਂ ਵਿੱਚ ਕਈ ਪ੍ਰਕਾਰ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਪੈਂਦੀਆਂ ਹਨ। ਹੁੰਦਾ ਹੈ ਨਾ ਜੀ, ਇੱਕ ਰੋਗ ਵੀ ਹੈ ਇਹ ਵੈਸੇ। ਤਾਂ ਉਹਨਾਂ ਨੇ ਅਰਥ ਕੀਤਾ, ਮਾਨੋ ਇਹਨੂੰ ਇੰਝ ਆਵਾਜ਼ਾਂ ਇਹਦੇ ਦਿਮਾਗ ਵਿੱਚ ਚੱਲ ਰਹੀਆਂ ਹਨ ਜਿਵੇਂ ਕੂੰਜਾਂ ਬੋਲ ਰਹੀਆਂ ਹੋਣ। ਹੈ ਨਹੀਂ, ਲੇਕਿਨ ਇਹਨੂੰ ਉਹ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ, ਕਾਰਨ ਸਰੀਰ ਇੰਦਰੇ ਪੁਰਾਣੇ ਹੋਣ ਲੱਗ ਪਏ। ਉਹਨਾਂ ਵਿੱਚ ਹੁਣ ਉਹ ਬਲ ਨਾ ਰਿਹਾ, ਉਹ ਤਾਕਤ ਨਾ ਰਹੀ ਜੋ ਕਿਸੇ ਵੇਲੇ ਪਹਿਲੇ ਹੋਇਆ ਕਰਦੀ ਸੀ, ਕਿਉਂਕਿ ਹਰ ਬੀਤਦਾ ਹੋਇਆ ਦਿਨ ਸਾਡੇ ਸਰੀਰ ਨੂੰ ਪੁਰਾਣਾ ਕਰ ਰਿਹਾ ਹੈ। ਸਤਿਗੁਰੂ ਕਹਿੰਦੇ ਨਾ, ਦਿਨ ਥੋੜੜੇ ਥੱਕੇ, ਦਿਨ ਥੋੜੇ ਰਹਿ ਗਏ, ਸਾਰੇ ਇੰਦਰੇ ਵੀ ਥੱਕ ਗਏ, ਕੰਮ ਕਰ ਰਹੇ ਹਨ ਇੰਦਰੇ ਜਨਮ ਤੋਂ ਲੈ ਕੇ, ਅੱਖਾਂ ਵੇਖ ਰਹੀਆਂ ਹਨ, ਨੱਕ, ਕੰਨ, ਜ਼ਬਾਨ, ਇਹ ਸਭ ਜਨਮ ਤੋਂ ਹੀ ਕੰਮ ਪਏ ਕਰਦੇ ਸਨ ਤੇ ਅੰਤ ਵਿੱਚ ਆ ਕੇ ਥੱਕ ਜਾਂਦੇ ਹਨ। ਭਇਆ ਪੁਰਾਣਾ ਚੋਲਾ, ਇਹ ਆਤਮਾ ਨੇ ਜਿਹੜਾ ਸਰੀਰ ਰੂਪੀ ਚੋਲਾ ਪਾਇਆ ਹੈ, ਜਿਹਨੂੰ ਕਦੀ ਕਹਿੰਦੇ ਸੀ ਕੱਪੜ ਰੂਪ ਸੁਹਾਵਣਾ ਜਿਹਨੂੰ ਕਿਹਾ ਗਿਆ ਹੈ, ਹਾਲਾਂਕਿ ਹਕੀਕਤ ਕੀ ਹੈ, ਛੱਡ ਦੁਨੀਆ ਅੰਦਰ। ਇਸ ਨੂੰ ਕਿੱਥੇ ਛੱਡਾਂਗੇ? ਦੁਨੀਆ ਵਿੱਚ ਹੀ ਛੱਡ ਕੇ ਸਾਨੂੰ ਅੱਗੇ ਜਾਣਾ ਪਵੇਗਾ। ਛੱਡ ਦੁਨੀਆ ਅੰਦਰ ਜਾਵਣਾ। ਤੋ ਇੰਦਰੀਆਂ ਦਾ ਕਮਜ਼ੋਰੀ ਵਾਲਾ ਪੱਖ ਜਦੋਂ ਸਾਹਮਣੇ ਆਇਆ, ਇਹਨੂੰ ਇੰਦਰੀ ਕਾਬਲ ਥਾਕਾ ਵੀ ਬਾਣੀ ਨੇ ਕਿਹਾ ਹੈ। ਅੱਖਾਂ ਵਿੱਚੋਂ ਦਿਸਣਾ ਘਟਣ ਲੱਗ ਪਿਆ, ਕੰਨ ਜਿਵੇਂ ਪਹਿਲੇ ਸੁਣ ਸਕਦੇ ਸਨ ਉਹ ਹੁਣ ਨਹੀਂ ਸੁਣ ਪਾਉਂਦੇ, ਤੋ ਬਲ ਘਟਦਾ ਪਿਆ ਹੈ। ਤੋ ਉਸ ਘਟੇ ਹੋਏ ਬਲ ਦੇ ਕਾਰਨ ਇਹਨੂੰ ਕੁਝ ਭਰਮ ਹੋਣ ਲੱਗ ਪਏ। ਭਰਮ, ਇਹਨੂੰ ਡਿਲਿਊਜ਼ਨਸ ਕਿਹਾ ਜਾਂਦਾ ਹੈ ਮਨੋਵਿਗਿਆਨ ਦੀ ਬੋਲੀ ਦੇ ਵਿੱਚ। ਇੱਕ ਹੈ ਇਲਿਊਜ਼ਨ, ਇੱਕ ਹੈ ਡਿਲਿਊਜ਼ਨ।
ਕਿ ਕੋਈ ਬੋਲ ਰਿਹਾ ਹੈ, ਕੋਈ ਹੱਸ ਰਿਹਾ ਹੈ, ਕੋਈ ਰੋ ਰਿਹਾ ਹੈ। ਇਸ ਤਰ੍ਹਾਂ ਦੇ ਭਰਮ ਇਹਨੂੰ ਪੈਣ ਲੱਗ ਪਏ ਕਿ ਜਿਵੇਂ ਕੂੰਜਾਂ ਬੋਲਦੀਆਂ ਪਈਆਂ ਹਨ, ਐਸੀਆਂ ਆਵਾਜ਼ਾਂ ਆਉਣ ਲੱਗ ਪਈਆਂ। ਇਹ ਕਦੋਂ ਹੋਇਆ? ਜਦੋਂ ਜ਼ਰ ਨੇ ਆ ਕੇ ਜੋਬਨ ਨੂੰ ਇਸ ਸਰੀਰ 'ਚੋਂ ਪਰੇ ਸੁੱਟ ਦਿੱਤਾ, ਔਰ ਜ਼ਰ ਨੇ ਭਾਵ ਬੁਢੇਪੇ ਨੇ ਇਸ ਗੜ ਦੇ ਉੱਤੇ, ਇਸ ਸਰੀਰ ਰੂਪੀ ਕਿਲੇ ਦੇ ਉੱਤੇ ਕਬਜ਼ਾ ਕਰ ਲਿਆ। ਜ਼ਰ ਆਈ, ਜੋਬਨ ਹਾਰਿਆ। ਦੂਸਰਾ ਅਰਥ ਇਹਦਾ ਮੈਂ ਆਪ ਨਾਲ ਸਾਂਝਾ ਕਰਾਂ, ਜਿਹੜਾ ਟੀਕੇਕਾਰਾਂ ਨੇ ਕੀਤਾ ਹੈ, ਅੰਬਰ ਕੂੰਜਾਂ ਕੁਰਲੀਆਂ। ਕੁਰਲੀਆਂ ਦਾ ਭਾਵ ਹੈ ਉੱਡ ਗਈਆਂ ਹਨ। ਮਨੁੱਖ ਦੇ ਸਰੀਰ ਦੇ ਉੱਤੇ ਜੋ ਕੂੰਜਾਂ ਬੈਠੀਆਂ ਹੋਈਆਂ ਸਨ, ਭਾਵ ਜਿਹੜੇ ਕਾਲੇ ਕੇਸ ਸਨ, ਜੋ ਜਵਾਨੀ ਸੀ, ਉਹ ਉਡਾਰੀ ਮਾਰ ਗਈ ਹੈ। ਤੇ ਯਾਦ ਰੱਖਣਾ, ਇੱਕ ਵਾਰ ਗਈ ਹੋਈ ਜਵਾਨੀ ਕਦੀ ਵੀ ਵਾਪਸ ਨਹੀਂ ਆਉਂਦੀ। ਉਹ ਅਦੀਬ ਦੇ ਬੋਲ ਤੁਹਾਨੂੰ ਯਾਦ ਹੋਣਗੇ, ਮੈਂ ਕਈ ਵਾਰ ਸਾਂਝੇ ਕੀਤੇ ਹਨ। ਐ ਮੇਰੇ ਮੌਲਾ ਤੇਰੀ ਦੁਨੀਆ ਫਾਨੀ ਦੇਖੀ। ਫਾਨੀ ਕਹਿੰਦੇ ਹਨ ਫਨਾ ਹੋਣ ਵਾਲੀ, ਨਾਸ਼ਵੰਤ ਦੁਨੀਆ ਮੁਕਾਮੇ ਫਾਨੀ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤੇ ਹਨ, ਐ ਮੇਰੇ ਮੌਲਾ, ਹੈ ਮੇਰੇ ਰੱਬਾ, तेरी दुनिया फानी देखी। इत्थे सब फना होने वाला है, हर चीज़ यहाँ पर आनी जानी देखी। हर शै संसार दे विच आण जाण वाली है, जो आकर ना जाए। जो एक बार आ जाए ना तो फिर जांदा नहीं। वो बुढ़ेपा देखा, जो जाकर ना आए वो जवानी देखी। उस अदीब दे बोल हैं। जो एक बार आके मल लवे शरीर नूं, वो जांदा नहीं कदी वापस, वो तो बुढ़ेपा है। ते जो चला जाए, जो चीज़ चली जाए कदी वापस ना आए, वो जवानी है। तो एक अर्थ करन दा पक्ष ये भी है कि अंबर कूंजां कुरलियां, जिहड़ियां कूंजां सन, जिहड़े काले केस सन, वो इस अंबर तो उड़ चुकियां हन। बग बहिठे आए जियो। किधर इसनूं इस तरह भी फ्रेज किया है कि भवर गए बग बैठे आए। भवरा भी काले रंग का हुंदा है। भवर गए, भवरे चले गए, भाव काले केस चले गए। बग बैठे आए, सफेद आके बैठ गए। दर्पण वालियां ने इहदा अर्थ किया है अंबर कूंजां कुरलियां। कूंजां दे अर्थ शुभ गुण किए हुए हैं, शुभ गुण। ते बग दा अर्थ उन्होंने अवगुण या पखंड किया होया है कि मनुखी जीवन दे विच ਉਹ ਕੁਚੱਜ ਜਿਉਂ-ਜਿਉਂ ਵੱਧਦਾ ਰਿਹਾ ਤਿਉਂ-ਤਿਉਂ ਉਸ ਕੁਚੱਜ ਦੇ ਕਾਰਨ, ਰੱਬ ਨੂੰ ਵਿਸਾਰਨ ਦੇ ਕਾਰਨ, ਹਰ ਬਿਸਰਤ ਤੇਰੇ ਗੁਣ ਗਲਿਆ। ਉਹ ਗੁਣ ਗਲਦੇ ਗਏ, ਮਤਲਬ ਗੁਣ ਜਾਂਦੇ ਰਹੇ। ਸ਼ੁਭ ਗੁਣਾਂ ਤੋਂ ਇਹ ਹੋਰ ਦੂਰ ਹੁੰਦਾ ਗਿਆ। ਤੇ ਸ਼ੁਭ ਗੁਣ ਤੇ ਚਲੇ ਗਏ। ऐसा नहीं भी कर्महीन हो गया है, कर्महीन नहीं होया। ਉਹਦੇ बदले ਇਹਦੇ जीवन विच पखंड आ गया, अडंबर आ गया, दिखावा आ गया। दर्पण वालियां ने ਇਹਦੇ अर्थ ਕੀਤੇ ਹਨ। हालांकि मैं परसनली अगर बेनती करा आप जी ਨੂੰ, ਤੇ अगली पंक्ति ਨੂੰ ਜੇ ਧਿਆਨ ਵਿੱਚ ਰੱਖਾਂਗੇ ਨਾ, ਬਈ ਸਾਧਨ ਚੱਲੀ ਸਾਹੁਰੈ, ਇਹ मौत ਦੀ ਗੱਲ है ਹੁਣ। तो इत्थे जवानी और बुढ़ेपे वाले अर्थ ज़्यादा टुकवें लग रहे हैं कि कूंजां जा चुकियां हैं, भाव जवानी जा चुकी है। काले जिहड़े केस हैं हुण वो सफ़ेद हो चुके हैं। बग बहिठे आए जियो। सा धन चली साहुरै, क्या मुँह देसी अगे जाए जियो।
सा धन जीव इस्त्री, जिहड़ी जीव आत्मा अंदर बैठी हुई है, कहते हुण वो अपने सहुरे जा रही है। सहुरे का भाव है पति दे घर, भाव इस लोक नूं छड्ड के वो हुण परलोक गमन कर रही है। और ये परलोक गमन का अर्थ की है? मौत। कि हुण बस कुछ समय विच सारा जीवन, क्योंकि जितना मिलिया सी, जितना तेल सी दीवे विच, वो सारा बल चुकिया है। हुण अज कल विच किसे वेले भी दीवा बुझ सकता है। हालांकि ये असी हाँ अनसर्टेन भी अज बुझे या कल बुझे। दीवे दे बुझण दा एग्जैक्ट वक़्त और पल और जगह और कारण वो पहले तो लिखिया होया है। याद रखियो ये गल। ये तो असी किसी बंदे नूं वेख के ते कई बार बेसबरे हो जाते हाँ, ते कई बार धीरज खो देंदे हाँ। मैं अगे भी बेनती की थी, कई बार कुछ ऐसा भाणा वापर जाए ना, फिर घर वाले ही सोचते हैं बई दीवा बुझदा क्यों नहीं पिया। संकेत समझना। पर याद रखना, ये दीवा जगाना या ये दीवा बुझाना किसी मनुख दे वस की गल उक्का ही नहीं है। कदों बुझेगा, कित्थे बुझेगा, किवें बुझेगा, कौन बुझाएगा इनू, ये सब कुछ साडे भाग्य विच पहले तो लिखिया है। इनू कहंदे मरण लिखाए मंडल में आए। असी लिखा के आए हुए हाँ सब कुछ। सा धन चली साहुरे, ए जिहड़ी जीव इस्त्री है हुण समझो अपने साहुरे जा रही है, परलोक जा रही है। पर सब तो वड्डी इत्थे हुण एक खामी की है कि जिस काम लई इनू इस लोक विच भेजिया गया सी, इन्हें वो काम नहीं किया। इस करके सतगुरु कहंदे क्या मुँह देसी अगे जाए जियो, अगे जाके एक ही मुँह दिखावेगी। इहदे कोलों जद पुछिया जाएगा क्या तैं खटिया कहाँ गवाया, या धर्म राय जब लेखा मांगे क्या मुख लैके जाहेगा। ते दसो ये अगे की मुँह दिखावेगी, भाव की मुँह देवेगी, जदों रब दी हजूरी दे विच इहदे कीते कर्मां दा लेखा होवेगा। ते की कहेगी उत्थे भी मैं की कीता, क्योंकि वो सारे कर्म जिहड़े रब नूं चंगे लगदे सन, उन्हां कर्मां दे वल इन्हें बहुता ध्यान नहीं दिता। मैं शब्द बड़े सोच के वरत रहा, आप तवज्जो देना, बहुता ध्यान नहीं दिता। कबीर जी ने तो एक बड़ा कमाल का जिक्र किया, गोबिंद हम ऐसे अपराधी जिन प्रभ जियो पिंड था दिया, तिसकी भाओ भगत नहीं साधी। ये साडा कर्म सी भाओ भगत करना। भाओ भगत का अर्थ की है? प्रेमा भगती। गुरु घर दे विच ना सिर्फ भगती नहीं प्रवान, इत्थे प्रेमा भगती प्रवान है। 9 प्रकार की भगती मनी गई है महापुरुषों वालों। गुरु ग्रंथ साहब से एक संकेत आउंदा है, भगत नवें प्रकारा पंडित वेद पुकारा, कि 9 प्रकार की भगती संसार विच दसी जाती है। नवदा भगती इनू किया गया है, पर इहदे विच सब तो सर्वोत्तम जिहड़ी भगती है वह प्रेमा भगती है। गुरु गोबिंद सिंह साहब खुद कहते हैं, साच कहो सुन लिहो सबे, जिन प्रेम कियो तिन ही प्रभ पायो। जिन्हें प्रेम किया, जिन्हें प्रेमा भगती की। और एक बेनती मैं इत्थे करन लगा हाँ, नेम तो भी वड्डा प्रेम होंदा है। ये गल हमेशा याद रखना। आप व्याख्या नहीं कर पावांगा इस समय आप, लेकिन संकेत मेरा समझ लेना। नेम तो किते वड्डा प्रेम है, क्योंकि नेम विच भी कई बार अपनी मत, अपना मद ते अपना अहम आ जाता है। पर जदों प्रेम आउंदा है ना, प्रेम मद नूं, हंकार नूं, लालच नूं, लोभ नूं
ਸਾਰੀਆਂ ਚੀਜ਼ਾਂ ਨੂੰ ਪ੍ਰੇਮ ਖਾ ਜਾਂਦਾ ਹੈ, ਕਿਉਂਕਿ ਪ੍ਰੇਮ ਕੁਝ ਮੰਗ ਨਹੀਂ ਰਿਹਾ, ਪ੍ਰੇਮ ਦੇ ਰਿਹਾ ਹੈ। ਯਾਦ ਰੱਖਣਾ ਇਹ ਗੱਲ। ਇਸੀ ਕਰਕੇ ਇੱਕ ਕਥਨ ਹੈ ਮਹਾਂਪੁਰਸ਼ਾਂ ਦਾ ਕਿ ਨੇਮ ਤੋਂ ਵੀ ਵੱਧ ਅਗਰ ਕੋਈ ਚੀਜ਼ ਹੈ ਉਹ ਪ੍ਰੇਮ ਹੈ। ਬਾਕੀ 8 ਪ੍ਰਕਾਰ ਦੀ ਭਗਤੀ ਵਿੱਚ ਕਈ ਪ੍ਰਕਾਰ ਦਾ ਨੇਮ ਵੀ ਹੈ, ਪਰ ਜਦੋਂ ਪ੍ਰੇਮ ਆ ਜਾਂਦਾ ਹੈ, ਯਾਦ ਰੱਖਣਾ ਪ੍ਰੇਮ ਹੀ ਜੀਵਨ ਦਾ ਨੇਮ ਬਣ ਜਾਂਦਾ ਹੈ, ਐਨ ਸਮਝ ਲੈਣਾ। ਉਸ ਵੇਲੇ ਫਿਰ ਉਹੀ ਗੱਲ, ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਪ੍ਰੇਮ ਤੇ ਇੱਕ ਵਾਰ ਜਿਹਨੂੰ ਲੱਗ ਗਿਆ ਉਹਨੂੰ ਹੁਣ ਕੱਢ ਥੋੜ੍ਹੀ ਪਾਵੋਗੇ ਅੰਦਰੋਂ। ਤੇ ਇਹ ਵੀ ਨਹੀਂ ਬਈ ਮੈਂ ਸਵੇਰੇ ਪ੍ਰੇਮ ਕੀਤਾ ਤੇ ਸ਼ਾਮ ਨੂੰ ਕਰਾਂਗਾ। ਪ੍ਰੇਮ ਤੇ 8 ਪਹਿਰ ਹੈ, ਬਲਕਿ ਰੱਬ ਦਾ ਪਰਿਆਏ ਹੀ ਪ੍ਰੇਮ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬੜਾ ਕੀਮਤੀ ਬੋਲ, ਮੈਂ ਕਈ ਵਾਰ ਜਦੋਂ ਪ੍ਰੇਮ ਦੀ ਗੱਲ ਹੋਵੇ, ਪ੍ਰੇਮ ਦਾ ਪਰਿਆਇਵਾਚੀ ਹੈ ਅਨੁਰਾਗ। ਤੇ ਜਦੋਂ ਰੱਬ ਦੀ ਵਿਆਪਕਤਾ ਬਾਰੇ ਦੱਸਿਆ ਗਿਆ ਹੈ ਤੇ ਸਤਿਗੁਰੂ ਕਹਿੰਦੇ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਇਹ ਜਾਪ ਸਾਹਿਬ ਦੇ ਬੋਲ ਹਨ ਕਿ ਜਤਰ ਤਤਰ ਦਿਸ਼ਾ ਵਿਸ਼ਾ, ਹਰ ਪਾਸੇ ਜਿੱਧਰ ਵੀ ਤੁਸੀਂ ਵੇਖ ਲਵੋ ਰੱਬ ਪ੍ਰੇਮ ਬਣ ਕੇ ਪਸਰਿਆ ਹੋਇਆ ਹੈ। ਜਦੋਂ ਅਸੀਂ ਰੱਬ ਦੀ ਸਰਬ ਵਿਆਪਕਤਾ ਦੀ ਗੱਲ ਕਰਦੇ ਹਾਂ ਤੇ ਸਤਿਗੁਰੂ ਕਹਿੰਦੇ ਤੂੰ ਪ੍ਰੇਮ ਕਰਨਾ ਸਿੱਖ ਜਾ ਬਸ। ਔਰ ਕੋਈ ਇਹਦੇ 'ਚ ਸ਼ੱਕ ਵਾਲੀ ਗੱਲ ਨਹੀਂ ਹੈ, ਪ੍ਰੇਮ ਗੁਰੂ ਨਾਨਕ ਨੇ ਕੀਤਾ ਵੀ ਹੈ ਤੇ ਕਰਨਾ ਸਿਖਾਇਆ ਵੀ ਹੈ। ਇੱਕ ਵੱਖਰਾ ਵਿਸ਼ਾ ਹੈ ਕਿ ਅਸੀਂ ਜਦੋਂ ਸਾਖੀਆਂ ਪੜ੍ਹਦੇ ਹਾਂ, ਅਸੀਂ ਲਾਲੋ ਨੂੰ ਤੇ ਮਲਕ ਭਾਗੋ ਨੂੰ 2 ਦ੍ਰਿਸ਼ਟੀਆਂ ਨਾਲ ਵੇਖਾਂਗੇ। ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਦੋਵੇਂ ਏਕ ਨੂਰ ਤੋਂ ਪੈਦਾ ਹੋਏ ਹਨ। ਮੈਂ ਥੋੜ੍ਹਾ ਜਿਹਾ ਵਿਸ਼ੇ ਤੋਂ ਬਾਹਰ ਜਾ ਰਿਹਾ ਹਾਂ, ਹੁਣ ਸਤਿਗੁਰੂ ਨੇ ਬਖਸ਼ੀ ਵਿਚਾਰ ਇਸ ਪਾਸੇ ਆਵਾਂ। ਗੁਰੂ ਨਾਨਕ ਦੀ ਦ੍ਰਿਸ਼ਟੀ ਦੇ ਵਿੱਚ ਦੋਨੋਂ ਹੀ ਏਕ ਨੂਰ ਤੋਂ ਉਪਜੇ ਹਨ। ਇਸੀ ਕਰਕੇ ਗੁਰੂ ਨਾਨਕ ਸਾਹਿਬ ਨਾ ਲਾਲੋ ਨੂੰ ਭਲਾ ਕਹਿੰਦੇ ਹਨ, ਨਾ ਤੇ ਮਲਕ ਭਾਗੋ ਨੂੰ ਮੰਦਾ ਆਖਦੇ ਹਨ। ਆਪ ਬੜੀ ਗੰਭੀਰਤਾ ਨਾਲ ਗੱਲ ਨੂੰ ਸੁਣਨਾ। ਫਿਰ ਲੋਕ ਕਹਿਣਗੇ ਕਿ ਇੱਕ ਦੀ ਰੋਟੀ ਚੋਂ ਦੁੱਧ ਤੇ ਇੱਕ ਦੀ ਰੋਟੀ ਚੋਂ ਲਹੂ ਕਿਉਂ ਨਿਕਲਿਆ? ਇਹ ਸੰਕੇਤ ਹੈ ਬੜਾ ਵੱਡਾ ਕਿ ਕਿਸੇ ਕਠੋਰ ਬੰਦੇ ਨੂੰ ਅਗਰ ਪ੍ਰੇਮ ਕਰਨਾ ਸਿਖਾਉਣਾ ਹੈ, ਕਠੋਰ ਹਿਰਦੇ ਨੂੰ, ਉਹਨੂੰ ਉਤਨੀ ਹੀ ਵੱਡੀ ਚੋਟ ਮਾਰਨੀ ਪਵੇਗੀ। ਯਾਦ ਰੱਖਣਾ, ਜਿਤਨਾ ਹਿਰਦਾ ਕਠੋਰ ਹੈ ਨਾ ਕਿਸੇ ਦਾ, ਉਤਨੀ ਤੇਜ਼ ਉਹਨੂੰ ਸ਼ਬਦ ਦੀ ਚੋਟ ਮਾਰਨੀ ਪਵੇਗੀ, ਤਾਂ ਜਾ ਕੇ ਕਿਧਰੇ ਉਹ ਹਿਰਦਾ ਕੋਮਲ ਹੋ ਸਕਦਾ ਹੈ। ਦੂਸਰੇ ਲਫ਼ਜ਼ਾਂ ਵਿੱਚ ਇੰਝ ਆਖ ਦਿਓ, ਕਈ ਵਾਰ ਫਲ ਜਿਵੇਂ ਅਖਰੋਟ ਹੈ, ਬਦਾਮ ਹੈ, ਇਸ ਤਰੀਕੇ ਦੇ ਫਲ ਹੁੰਦੇ ਹਨ ਨਾ ਜੀ, ਮੇਵੇ ਜਿਨ੍ਹਾਂ ਨੂੰ ਅਸੀਂ ਆਖਦੇ ਹਾਂ। ਫਲ ਅੰਦਰ ਹੈ, ਉੱਤੇ ਸ਼ੈਲ ਹੈ ਬੜੀ, ਔਰ ਉਹ ਬੜੀ ਕਰੜੀ ਹੈ ਸ਼ੈਲ। ਅੰਦਰੋਂ ਹੁਣ ਫਲ ਖਾਣਾ ਹੈ, ਫਲ ਕੱਢਣਾ ਹੈ, ਤੇ ਛੋਟੀ ਛੋਟੀ ਚੋਟ ਮਾਰਦੇ ਰਹੋ, ਨਹੀਂ ਨਿਕਲੇਗਾ। ਉਹਨੂੰ ਤੇਜ਼ ਇੱਕ ਵਾਰ ਚੋਟ ਮਾਰਨੀ ਪੈਂਦੀ ਹੈ, ਅੰਦਰੋਂ ਫਿਰ ਉਹ ਫਲ ਨਿਕਲ ਆਉਂਦਾ ਹੈ। ਜੋ ਕਠੋਰ ਹਨ ਨਾ ਬਾਹਰੋਂ, ਸਤਿਗੁਰੂ ਉਹਨਾਂ ਨੂੰ ਸ਼ਬਦ ਨਾਲ ਪਹਿਲੇ ਤੋੜਦੇ ਹਨ, ਕਿਉਂਕਿ ਯਾਦ ਰੱਖਣਾ ਜੋਤ ਤੇ ਉਹਨਾਂ ਵਿੱਚ ਵੀ ਉਸ ਇੱਕ ਦੀ ਹੀ ਹੈ ਨਾ। ਉਹਨੂੰ ਪ੍ਰਗਟ ਕਰਨ ਵਾਸਤੇ ਉਹਨਾਂ ਦੇ ਬਾਹਰਲੇ ਆਵਰਣ ਹੀ ਹੈ ਇੱਕ ਤਰੀਕੇ ਦਾ। ਇਹਨੂੰ ਬੜਾ ਸੋਹਣਾ ਇੱਕ ਉਦਾਹਰਣ ਦਿੱਤਾ, ਜਿਵੇਂ ਕਛੂਆ ਹੁੰਦਾ ਹੈ, ਉਹਦੀ ਬਾਹਰਲੀ ਸ਼ੈਲ ਇਤਨੀ ਜ਼ਿਆਦਾ ਮਜ਼ਬੂਤ ਹੈ, ਕਈ ਟਨਾਂ ਦਾ ਭਾਰ ਰੱਖ ਦੋ ਉਹਨੂੰ ਕੁਛ ਨਹੀਂ ਹੋਏਗਾ, ਪਰ ਜਿਹੜਾ ਅੰਦਰ ਹੈ ਜੀਵ, ਉਹ ਬੜਾ ਕੋਮਲ ਹੈ, ਉਹਨੂੰ ਥੋੜ੍ਹੀ ਜਿਹੀ ਚੋਟ ਵੱਜਦਾ ਉਹਦੀ ਮੌਤ ਹੋ ਜਾਂਦੀ ਹੈ। ਅੰਦਰ ਬਿਰਤੀ ਸਾਡੀ ਕੋਮਲ ਹੈ, ਪਰ ਉਹਨੂੰ ਬਾਹਰ ਬਹੁਤ ਕਰੜਾ ਮਾਇਆ ਨੇ ਨਾ ਇੱਕ ਜਾਮਾ ਪਹਿਨਾ ਦਿੱਤਾ ਹੈ। ਤੇ ਗੁਰੂ ਦਾ ਉਪਦੇਸ਼ ਹੈ ਜਿਹੜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਚੋਟ ਹੀ ਤੇ ਹੈ ਮਾਰਨੀ, ਉਸ ਆਵਰਣ ਨੂੰ ਭੰਨਣਾ ਹੈ, ਉਸ ਸ਼ੈਲ ਨੂੰ ਤੋੜਨਾ ਹੈ। ਮੈਂ ਉੱਥੇ ਹੀ ਆਵਾਂ, ਇਸ ਪਾਸੇ ਵਿਸਥਾਰ ਨਾ ਕਰਾਂ, ਵਿਸ਼ੇ 'ਚੋਂ ਅਸੀਂ ਬਾਹਰ ਗਏ ਸਾਂ। ਕਿਆ ਮੂੰਹ ਦੇਸੀ ਅੱਗੇ ਜਾਏ ਜੀਓ,
ਜੋ ਕਰਨ ਆਈ ਸੀ ਪ੍ਰੇਮ, ਜੋ ਨਿਭਾਉਣ ਆਈ ਸੀ ਇਸ ਸੰਸਾਰ ਦੇ ਵਿੱਚ ਪਰਮਾਤਮਾ ਨਾਲ ਭਾਉ ਭਗਤ ਦਾ ਰਿਸ਼ਤਾ, ਉਹ ਤੇ ਕਰਨਾ ਭੁੱਲ ਗਈ। ਉਹਦੇ ਜਗ੍ਹਾ ਇਹਨੇ ਕੀ ਕੀਤਾ, ਬੱਗ, ਹੁਣ ਮੈਂ ਪਖੰਡ ਵਾਲਾ ਪੱਖ ਲਵਾਂ, ਪਖੰਡ ਕਰਦੀ ਰਹੀ ਕੇਵਲ। ਕਦੀ ਦਿਖਾਵੇ ਵਾਸਤੇ ਤੀਰਥਾਂ ਤੇ ਚਲੀ ਗਈ, ਕਦੀ ਦਿਖਾਵੇ ਦੇ ਇਹਨੇ ਵਰਤ ਰੱਖੇ, ਕਦੀ ਦਿਖਾਵੇ ਦੇ ਇਹਨੇ ਪੂਜਾ ਪਾਠ ਕੀਤੇ। ਇਹ ਸਭ ਕੁਝ ਕੇਵਲ ਲੋਕਾਂ ਨੂੰ ਪਤਿਆਉਣ ਦੇ ਵਾਸਤੇ ਸੀ ਬਸ। ਕਦੀ ਗਲ ਮਾਲਾ ਤਿਲਕ ਲਿਲਾਟੰਗ ਦੋ ਧੋਤੀ ਬਸਤਰ ਕਪਾਟੰਗ, ਇਹ ਵਾਲਾ ਪੱਖ ਅਪਣਾ ਲਿਆ ਇਹਨੇ। ਔਰ ਇਹਨਾਂ ਸਾਰਿਆਂ ਨੂੰ ਬ੍ਰਹਮੰ ਕਰਮੰ ਇਹ ਜਾਣ ਰਹੀ ਸੀ ਜੀਵ ਇਸਤਰੀ। ਪਰ ਸਤਿਗੁਰੂ ਕਹਿੰਦੇ ਫੋਕਟ ਹਨ, ਫੋਕਟ। ਕਰਮ ਹੈ ਤੇ ਸਹੀ ਹੈ, ਪਰ ਇਹਨਾਂ ਕਰਮਾਂ ਚੋਂ ਨਾ ਤੱਤ ਨਹੀਂ ਮਿਲੇਗਾ ਤੈਨੂੰ, ਇਹ ਫੋਕੇ ਹਨ ਅੰਦਰੋਂ। ਕਰੀ ਜਾ ਕਰੀ ਜਾ ਕਰੀ ਜਾ ਸਾਰੀ ਜ਼ਿੰਦਗੀ ਤੋਂ ਬਾਅਦ ਜੇ ਕੋ ਪਾਵੇ ਤਿਲ ਕਾ ਮਾਨ, ਜੇ ਥੋੜੀ ਵਡਿਆਈ ਮਿਲ ਵੀ ਗਈ ਤੇ ਤਿਲ ਤੋਂ ਵੱਧ ਨਹੀਂ ਮਿਲੇਗੀ। ਇਸ ਕਰਕੇ ਕਹਿੰਦੇ ਕਿ ਪ੍ਰੇਮ ਕਰ। ਤੇ ਮੈਂ ਬੇਨਤੀ ਕਰਾਂ, ਜਿੱਥੋਂ ਗੱਲ ਖੋਲੀ ਸੀ, ਗੁਰੂ ਨਾਨਕ ਨੇ ਪ੍ਰੇਮ ਕੀਤਾ ਹੈ। ਔਰ ਜਿਹਨੂੰ ਇਹ ਜਿਵੇਂ ਜਨਮ ਸਾਖੀ ਦਾ ਜ਼ਿਕਰ ਹੈ ਕਿ ਨੂਰ ਸ਼ਾਹ ਨੂੰ ਇਹ ਸੰਬੋਧਨ ਕੀਤਾ ਜਾ ਰਿਹਾ ਹੈ, ਤੇ ਦੁਨੀਆ ਉਸ ਤੋਂ ਡਰਦੀ ਸੀ, ਉਹਦੀਆਂ ਤਾਕਤਾਂ ਤੋਂ ਘਬਰਾਉਂਦੀ ਸੀ। ਪਰ ਯਾਦ ਰੱਖਣਾ, ਜਿੱਥੇ ਸਤ ਕਰਤਾਰ ਹੈ ਨਾ, ਇਸ ਪੰਕਤੀ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਣਾ, ਜਿੱਥੇ ਸਤ ਕਰਤਾਰ ਹੈ ਉੱਥੇ ਕੋਈ ਵੀ ਨੈਗੇਟਿਵ ਐਨਰਜੀ ਕੰਮ ਕਰ ਹੀ ਨਹੀਂ ਸਕਦੀ। ਤੁਹਾਨੂੰ ਕਿਧਰੇ ਭਟਕਣ ਦੀ ਲੋੜ ਨਹੀਂ, ਕਿਧਰੇ ਵੀ ਭਟਕਣ ਦੀ ਲੋੜ ਨਹੀਂ। ਵੀ ਕਿਸੇ ਸਿਆਣੇ ਕੋਲ ਚਲੇ ਜਾਈਏ, ਕਿਸੇ ਨੂੰ ਹੱਥ ਦਿਖਾ ਲਈਏ, ਮੱਥਾ ਦਿਖਾ ਲਈਏ, ਕੁਛ ਕਿਸੇ ਦਾ ਉਪਾਏ ਕਰ ਲਈਏ, ਸਭ ਤੋਂ ਵੱਡਾ ਉਪਾਏ ਹੈ ਆਖ ਦਿਆ ਕਰੋ ਸਤ ਕਰਤਾਰ। ਜਿਵੇਂ ਵਾਹਿਗੁਰੂ ਆਖਦੇ ਹਾਂ ਨਾ, ਸਤਨਾਮ ਆਖਦੇ ਹਾਂ। ਗੁਰੂ ਨਾਨਕ ਸਾਹਿਬ ਜੀ ਦੀ ਕਥਾ ਪੜ੍ਹ ਕੇ ਵੇਖ ਲੈਣਾ, ਸਤਿਗੁਰੂ ਸਤ ਕਰਤਾਰ ਕਿਹਾ ਕਰਦੇ ਸਨ। ਅਤੇ ਮੈਂ ਕੁਛ ਦਿਨ ਪਹਿਲਾਂ ਵੀ ਇੱਕ ਬੇਨਤੀ ਕੀਤੀ ਸੀ ਕਿ ਸਤ ਕਰਤਾਰ, ਕਰਤਾਰ ਦਾ ਕਿਤਨਾ ਵੱਡਾ ਮਹੱਤਵ ਹੈ ਗੁਰੂ ਨਾਨਕ ਦੇ ਜੀਵਨ ਵਿੱਚ। ਕਿ ਗੁਰੂ ਨਾਨਕ ਸਾਹਿਬ ਕਿਸੇ ਦੇ ਘਰ ਜਾਂਦੇ ਹਨ, ਇਹ ਨਹੀਂ ਕਹਿੰਦੇ ਦਰਵਾਜ਼ਾ ਖੋਲ, ਦਰਵਾਜ਼ੇ 'ਤੇ ਖਲੋ ਕੇ ਕਹਿੰਦੇ ਹਨ ਸਤ ਕਰਤਾਰ, ਦਰਵਾਜ਼ਾ ਖੁੱਲ੍ਹ ਪੈਂਦਾ ਹੈ। ਅੰਦਰ ਵਾਲਾ ਇਸ ਤਰ੍ਹਾਂ ਦਰਵਾਜ਼ਾ ਖੋਲ੍ਹਣ ਲਈ ਦੌੜਦਾ ਹੈ ਜਿਵੇਂ ਰੱਬ ਆ ਗਿਆ ਹੋਵੇ, ਔਰ ਸੱਚਮੁੱਚ ਰੱਬ ਹੀ ਹੈ। ਫਿਰ ਜਦੋਂ ਗੁਰੂ ਨਾਨਕ ਦੀ ਸੇਵਾ ਕਰਦਾ ਹੈ ਤੇ ਸਤਿਗੁਰੂ ਜੀ ਜਦੋਂ ਜਾਣ ਲੱਗਦੇ ਹਨ, ਕਿਸੇ ਦੇ ਘਰ ਸਤਿਗੁਰੂ 2-2 3-3 ਦਿਨ ਵੀ ਰੁਕੇ ਸਨ, ਕਈ ਨਗਰਾਂ ਵਿੱਚ ਸਤਿਗੁਰੂ ਹਫ਼ਤਾ 10 ਦਿਨ ਵੀ ਰੁਕੇ ਸਨ, ਯਾਦ ਰੱਖਣਾ। ਤੇ ਜਦੋਂ ਵੀ ਜਾਣ ਲੱਗਦੇ ਹਨ, ਸਤਿਗੁਰੂ ਪਤਾ ਹੈ ਉਹਨੂੰ ਕੀ ਅਸੀਸ ਦੇ ਕੇ ਜਾਂਦੇ। ਕਦੀ ਇਹ ਨਹੀਂ ਕਹਿੰਦੇ ਤੇਰੇ ਕੋਲ ਪੈਸਾ ਬੜਾ ਹੋਵੇ, ਤੇਰਾ ਕਾਰੋਬਾਰ ਚੱਲ ਪਵੇ। ਸਤਿਗੁਰੂ ਜਾਣ ਲੱਗਿਆ ਕਹਿੰਦੇ ਕਰਤਾਰ ਚਿਤ ਆਵੇ। ਇਹ ਅਸੀਸ ਗੁਰੂ ਨਾਨਕ ਨੇ ਦੁਨੀਆ ਨੂੰ ਦਿੱਤੀ ਹੈ। ਗੁਰੂ ਨਾਨਕ ਸਾਹਿਬ ਜਦੋਂ ਕਿਸੇ ਦੇ ਘਰ ਆਣਗੇ, ਦਰਵਾਜ਼ੇ 'ਤੇ ਕਹਿਣਗੇ ਸਤ ਕਰਤਾਰ, ਅੰਦਰ ਘਰ ਦਾ ਸੋ ਕਾਲਡ ਮਾਲਕ ਚਲੋ ਆਖਣਾ ਪਵੇਗਾ, ਘਰ ਵਿੱਚ ਰਹਿਣ ਵਾਲਾ ਸਤ ਕਰਤਾਰ ਸੁਣ ਕੇ ਦਰਵਾਜ਼ਾ ਖੋਲ੍ਹ ਦੇਵੇਗਾ, ਗੁਰੂ ਨਾਨਕ ਦੀ ਸੇਵਾ ਕਰੇਗਾ। ਜਾਣ ਲੱਗਿਆਂ ਗੁਰੂ ਨਾਨਕ ਸਾਹਿਬ ਕਹਿਣਗੇ ਕਰਤਾਰ ਚਿੱਤ ਆਵੇ ਭਾਈ, ਹੁਣ ਤੈਨੂੰ ਸਦਾ ਰੱਬ, ਉਹ ਕਰਤਾਰ, ਉਹ ਸਿਰਜਣਹਾਰ ਅਕਾਲ ਪੁਰਖ ਤੇਰੇ ਚੇਤੇ ਵਿੱਚ ਰਵੇ। ਤੇ ਇਤਨਾ ਸਨੇਹ ਹੈ ਗੁਰੂ ਨਾਨਕ ਸਾਹਿਬ ਜੀ ਦਾ ਕਰਤਾਰ ਦੇ ਨਾਲ ਕਿ ਸਿੱਖ ਪੰਥ ਦਾ, ਸਿੱਖ ਮਤ ਦਾ ਪਹਿਲਾ ਨਗਰ ਜਿਹੜਾ ਗੁਰੂ ਨਾਨਕ ਨੇ ਵਸਾਇਆ ਹੈ, ਉਸ ਨਗਰ ਦਾ ਨਾਮ ਹੀ ਕਰਤਾਰਪੁਰ ਸਾਹਿਬ ਹੈ। ਆਪ ਦੇਖ ਲੈਣਾ, ਗੁਰੂ ਨਾਨਕ ਨੇ ਕੋਈ ਨਗਰ ਨਾ ਉਦਾਸੀਆਂ ਵੇਲੇ ਨਹੀਂ ਸੀ ਵਸਾਇਆ। ਤਲਵੰਡੀ ਵਿੱਚ ਸਤਿਗੁਰੂ ਜੀ ਆਏ ਜ਼ਰੂਰ ਸਨ, ਨਨਕਾਣਾ ਸਾਹਿਬ, ਪਰ ਜਿਹੜਾ ਨਗਰ ਗੁਰੂ ਨਾਨਕ ਨੇ ਵਸਾਇਆ ਸੀ, ਉਸ ਨਗਰ ਦਾ ਨਾਮ ਰੱਖਿਆ ਗਿਆ ਸੀ ਕਰਤਾਰਪੁਰ, ਕਿ ਇਹ ਕਰਤਾਰ ਦਾ ਪੁਰ ਹੈ। ਤੇ ਇੱਥੇ ਦੇ ਰਹਿਣ ਵਾਲੇ ਸਾਰਿਆਂ ਨੂੰ ਕਰਤਾਰ ਚੇਤੇ ਹੋਵੇ। ਇੱਥੇ ਦਾ ਧੁਰਾ, ਇੱਥੇ ਦਾ ਮਰਕਜ਼ ਕੇਵਲ ਕਰਤਾਰ ਹੈ, ਤੇ ਅਸੀਂ ਉਸ ਦੇ ਨਾਲ ਪ੍ਰੇਮ ਕਰਨਾ ਹੈ। ਸਤਿਗੁਰੂ ਜਦੋਂ ਸਤ ਕਰਤਾਰ ਆਖਦੇ ਹਨ ਤੇ ਪਾਤਸ਼ਾਹ ਜਾਣਦੇ ਹਨ ਕਿ ਲਾਲੋ ਵਿੱਚ ਵੀ ਤੇ ਮਲਕ ਭਾਗੋ ਵਿੱਚ ਵੀ
ਉਹ ਜਿਹੜੇ ਪਿਆਸੇ ਸਨ ਹਸਨ ਅਬਦਾਲ ਦੇ, ਜਿਨ੍ਹਾਂ ਨੂੰ ਪਾਣੀ ਨਹੀਂ ਸੀ ਮਿਲ ਰਿਹਾ, ਤੇ ਜਿਹੜਾ ਵਲੀ ਕੰਧਾਰੀ ਸੀ ਜਿਹੜਾ ਰੋਕ ਕੇ ਬੈਠਾ ਸੀ ਪਾਣੀ, ਬੈਠਾ ਦੋਨਾਂ ਵਿੱਚ ਕਰਤਾਰ ਹੀ ਹੋਇਆ ਹੈ। ਪਰ ਕਿਧਰੇ ਕਰਤਾਰ ਦਾ ਰੂਪ ਪਿਆਸੇ ਵਾਲਾ ਹੈ ਤੇ ਕਿਧਰੇ ਕਰਤਾਰ ਦਾ ਰੂਪ ਡਾਢੇ ਵਾਲਾ ਹੈ। ਯਾਦ ਰੱਖਣਾ, ਅਕਾਲ ਉਸਤਤ ਤੋਂ ਤੁਹਾਡੀ ਇਹ ਸਾਰੀ ਜਿਹੜੀ ਵਿਚਾਰ ਹੈ ਨਾ ਉਹ ਕਲੀਅਰ ਹੋ ਜਾਏਗੀ ਕਿ ਮੈਂ ਕਿੱਥੇ ਬੇਨਤੀ ਕਰ ਰਿਹਾ ਹਾਂ। ਕਿਧਰੇ ਤੇ ਬੈਠਾ ਹੋਇਆ ਸੇਵਾ ਕਰ ਰਿਹਾ ਹੈ ਲੋਕਾਂ ਦੀ, ਤੇ ਕਿਧਰੇ ਤੁਲੰਬੇ ਵਰਗੀ ਸਰਾਂ ਵਿੱਚ ਬੈਠਾ ਹੋਇਆ ਸੱਜਣ ਬਣ ਕੇ ਲੋਕਾਂ ਨੂੰ ਠੱਗ ਵੀ ਰਿਹਾ ਹੈ, ਮਾਰ ਵੀ ਰਿਹਾ ਹੈ। ਨਫ਼ਰਤ ਨਹੀਂ ਹੈ ਗੁਰੂ ਨਾਨਕ ਦੇ ਮਨ ਵਿੱਚ ਕਿਸੇ ਦੇ ਲਈ, ਗੁਰੂ ਨਾਨਕ ਦੇ ਘਰ ਵਿੱਚ ਵੀ ਨਫ਼ਰਤ ਨਹੀਂ ਕਿਸੇ ਲਈ। ਤਰਸ ਹੈ ਉਹਦੇ ਬਦਲੇ ਔਰ ਅਰਦਾਸ ਹੈ ਉਹਦੇ ਬਦਲੇ। ਗੁਰੂ ਨਾਨਕ ਨੇ ਕਦੀ ਇਹ ਨਹੀਂ ਕਿਹਾ ਵੀ ਇਸ ਬੰਦੇ ਤੋਂ ਪਾਸੇ ਹੋ ਜਾਓ। ਵੱਡੇ ਤੋਂ ਵੱਡਾ ਰੋਗੀ ਸੀ ਭਾਵੇਂ ਕੋੜੀ, ਦੀਪਾਲਪੁਰ ਵਰਗਾ, ਉਹਦੀ ਝੁੱਗੀ ਵਿੱਚ ਗੁਰੂ ਨਾਨਕ ਸਾਹਿਬ ਗਏ। ਥੋੜ੍ਹੀ ਜਿਹੀ ਤਵੱਜੋ ਦੇਣਾ। ਹੱਥੀ ਉਹਦੀ ਸੇਵਾ ਕੀਤੀ, ਉਹਦੇ ਸਿਰ ਤੇ ਹੱਥ ਰੱਖਿਆ, ਉਹਦਾ ਕੋੜ ਦੂਰ ਕਰ ਦਿੱਤਾ। ਤੇ ਜੇ ਕੋਈ ਬੈਰਾਗ ਧਾਰ ਕੇ ਸੰਗਲਾ ਦੀਪ ਵਰਗਾ ਨਗਰ ਸ਼੍ਰੀਲੰਕਾ ਦੇਸ਼, ਉੱਥੇ ਸ਼ਿਵਨਾਬ ਵਰਗਾ ਜੇ ਉਡੀਕਾਂ ਕਰਦਾ ਪਿਆ ਸੀ ਗੁਰੂ ਨਾਨਕ ਸਾਹਿਬ ਜੀ ਦੀਆਂ ਵੀ ਆਉਣ ਸਤਿਗੁਰੂ, ਆਉਣ ਸਤਿਗੁਰੂ, ਮਨਸੁਖ ਤੇ ਭਗੀਰਥ ਉਹਨਾਂ ਤੋਂ ਜਾਗ ਲੱਗੀ ਸੀ ਉਹਨੂੰ, ਤੇ ਸਤਿਗੁਰੂ ਜੀ ਫਿਰ ਉੱਥੇ ਤੱਕ ਗਏ ਹਨ ਉਹਨੂੰ ਉਹਦੇ ਉੱਤੇ ਕਿਰਪਾ ਕਰਨ ਦੇ ਲਈ, ਉਹਦੇ ਉੱਤੇ ਬਖਸ਼ਿਸ਼ ਕਰਨ ਦੇ ਲਈ। ਔਰ ਇਹ ਕੇਵਲ ਪਹਿਲੇ ਜਾਮੇ ਦੀ ਗੱਲ ਨਹੀਂ, 10 ਜਾਮਿਆਂ ਵਿੱਚ ਇਹ ਕੌਤਕ ਵਰਤਦੇ ਰਹੇ। ਤੇ ਕੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਜਾਉਂਦੇ? ਇਹ ਪਿੱਛੇ ਜੇ ਇੱਕ ਪੋਸਟ ਬੜੀ ਵਾਇਰਲ ਹੋਈ ਸੀ ਸੋਸ਼ਲ ਮੀਡੀਆ 'ਚ ਕਿ ਇੱਕ ਲੜਕੀ ਜਿਹੜੀ ਚਾਹੁੰਦੀ ਸੀ ਨਾ ਵੀ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਜੀ ਆਉਣ, ਪਰ ਘਰ ਦਾ ਮਾਹੌਲ ਐਸਾ ਸੀ, ਘਰ ਵਾਲੇ ਕਿਸੇ ਹੋਰ ਪਾਸੇ ਤੁਰੇ ਹੋਏ ਸਨ। ਇਹ ਗੁਰਸਿੱਖਾਂ ਦੀ ਘਰ ਦੀ ਬੇਟੀ ਸੀ, ਲੜਕੀ ਸੀ, ਤੇ ਰੋਂਦੀ ਸੀ, ਸਤਿਗੁਰੂ ਜੀ ਮੈਂ ਤੇ ਸੁਣਿਆ ਹੈ ਜਦੋਂ ਭੈਣ ਨਾਨਕੀ ਤੁਹਾਨੂੰ ਪੁਕਾਰਦੀ ਸੀ ਤੇ ਤੁਸੀਂ ਉੱਥੇ ਹੀ ਚਲੇ ਜਾਂਦੇ ਸੋ। ਭਾਈ ਰੂਪੇ ਵਰਗੇ ਨੇ ਆਪਣੇ ਪੁੱਤਰ ਦੇ ਨਾਲ, ਉਹ ਪਿਓ ਪੁੱਤਰ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਠੰਡਾ ਪਾਣੀ ਜਿਹੜਾ ਘੜੇ ਵਿੱਚ ਪਾਇਆ ਹੋਇਆ ਸੀ, ਪੇੜ ਨਾਲ ਜਦੋਂ ਘੜਾ ਟੰਗਿਆ, ਪਾਣੀ ਇਤਨਾ ਠੰਡਾ ਸੀ, ਮਨ 'ਚ ਆਇਆ ਬਈ ਕਾਸ਼ ਇਹਨੂੰ ਸਤਿਗੁਰੂ ਜੀ ਪੀ ਲੈਂਦੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਤੇ ਇਤਿਹਾਸ ਕਹਿੰਦਾ ਸਤਿਗੁਰੂ ਥੋੜ੍ਹੀ ਦੇਰ ਬਾਅਦ ਉੱਥੇ ਪਹੁੰਚ ਵੀ ਗਏ ਪੀਣ ਵਾਸਤੇ। ਐਸੇ ਬੜੇ ਕੌਤਕ ਹਨ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਮੰਗ ਕੇ ਚੋਲਾ ਲੈਂਦੇ ਹਨ। ਤੇ ਪਾਤਸ਼ਾਹ ਜੇ ਜੋਤ ਉਹੀ ਹੈ, ਜੁਗਤ ਉਹੀ ਹੈ, ਸਿਰਫ ਕਾਇਆ ਬਦਲੀ ਹੈ, ਤੇ ਪਾਤਸ਼ਾਹ ਤੁਸੀਂ ਮੇਰੇ ਘਰ ਕਿਉਂ ਨਹੀਂ ਆਉਂਦੇ? ਇਹ ਤੇ ਬੜੀ ਪੁਰਾਣੀ ਐਸੇ ਹੀ ਯੁੱਗ ਦੀ ਗੱਲ ਹੈ। ਇਹ ਤੇ ਜਿਹੜੇ ਸ਼ੱਕ ਕਰਨ ਵਾਲੇ ਲੋਕ ਹਨ ਨਾ, ਤਰਕ ਵਾਲੇ, ਉਹਨਾਂ ਨੂੰ ਸਿੱਖਣੀ ਚਾਹੀਦੀ ਹੈ ਇਹ ਗੱਲ। ਸੱਚੇ ਦਿਲੋਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਅਰਦਾਸ ਕਰੋ, ਅੱਜ ਵੀ ਕਰੋ। ਜਿਤਨਾ ਬੈਰਾਗ ਔਰ ਭਾਉ ਹੋਏਗਾ ਨਾ, ਸਤਿਗੁਰੂ ਯਾਦ ਰੱਖਣਾ ਸੁਣਨਗੇ ਵੀ ਤੇ ਅਰਦਾਸ ਨੂੰ ਪ੍ਰਵਾਨ ਵੀ ਕਰਨਗੇ। ਉਹ ਕੁਦਰਤੀ ਐਸਾ ਭਾਣਾ ਵਰਤ ਗਿਆ ਕਿ ਜਿਸ ਗੁਰੂ ਘਰ ਦੇ ਵਿੱਚ ਸਤਿਗੁਰੂ ਦਾ ਪ੍ਰਕਾਸ਼ ਸੀ ਉੱਥੇ ਪਾਣੀ ਆਉਣ ਲੱਗ ਪਿਆ। ਪੰਚਾਇਤ ਬੈਠੀ, ਮੀਟਿੰਗ ਹੋਈ ਵੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਨੂੰ ਕਿਸੇ ਹੋਰ ਸਥਾਨ 'ਤੇ ਲੈ ਕੇ ਜਾਓ। ਲੈ ਕੇ ਜਾ ਰਹੇ ਸਨ ਤੇ ਪਿੰਡਾਂ ਵਿੱਚ ਅੱਜ ਵੀ ਰਿਵਾਜ਼ ਹੈ, ਅੱਗੇ ਟਲ ਖੜਕਾਇਆ ਜਾਂਦਾ ਹੈ ਤਾਂ ਕਿ ਲੋਕ ਸੁਚੇਤ ਹੋ ਜਾਣ। ਇਹ ਕੋਈ ਕਰਮ ਕਾਂਡ ਨਹੀਂ ਹੈ, ਇਸ ਕਰਕੇ ਉਹ ਟਲ ਖੜਕਾਇਆ ਜਾਂਦਾ ਹੈ ਤਾਂ ਕਿ ਅੱਗੇ ਤੱਕ ਆਵਾਜ਼ ਜਾਏ ਤੇ ਲੋਕ ਸੁਚੇਤ ਹੋ ਜਾਣ, ਜੋੜੇ ਉਤਾਰ ਲੈਣ, ਹੱਥ ਜੋੜ ਲੈਣ ਬਈ ਸਤਿਗੁਰੂ ਦਾ ਅਸਵਾਰਾ ਜਾ ਰਿਹਾ ਹੈ ਇੱਥੋਂ। ਇਸ ਬੱਚੀ ਦੇ ਕੰਨਾਂ ਵਿੱਚ ਵੀ ਆਵਾਜ਼ ਪੈਂਦੀ ਪਈ ਹੈ ਟਲ ਦੀ। ਘਰੋਂ ਨਿਕਲ ਕੇ ਆਈ, ਦੂਰ ਵੇਖਦੀ ਹਲੇ ਕੁਛ ਦੂਰੀ ਤੇ ਸਤਿਗੁਰੂ ਦਾ ਸਰੂਪ ਹੈ, ਸੰਗਤ ਨਾਲ ਹੈ, ਤੇ ਮਨ 'ਚ ਆਇਆ ਬਈ ਸਤਿਗੁਰੂ ਅੱਜ ਮੇਰੇ ਘਰ ਦੇ ਅੱਗੋਂ ਨਿਕਲ ਜਾਣਗੇ। ਐਸਾ ਭਾਣਾ ਵਾਪਰਿਆ, ਇਤਨਾ ਤੇਜ਼ ਮੀਂਹ ਪੈ ਗਿਆ ਉੱਥੇ, ਇਤਨੀ ਤੇਜ਼ ਬਰਸਾਤ ਹੋਈ ਕਿ ਕੋਈ ਹੋਰ ਘਰ ਨਹੀਂ, ਉਸ ਲੜਕੀ ਦੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ
ਸਵਰੂਪ ਨੂੰ ਅੰਦਰ ਲੈ ਕੇ ਗਏ। ਇਹ ਬਖਸ਼ਿਸ਼ ਹੈ ਗੁਰੂ ਦੀ, ਯਾਦ ਰੱਖਣਾ। ਉਹ ਹੈਰਾਨ ਰੋ ਰੋ ਕੇ ਉਹਨੂੰ ਪਤਾ ਹੀ ਨਾ ਲੱਗੇ ਬਈ ਇਹ ਬਖਸ਼ਿਸ਼ ਹੋਈ ਕਿਵੇਂ, ਜਿਹਨੂੰ ਕਹਿੰਦੇ ਨਾ ਜ਼ਾਰੋ ਜ਼ਾਰ ਰੋਣ ਲੱਗ ਪਈ। ਇਸ ਤਰ੍ਹਾਂ ਸਤਿਗੁਰੂ ਜੀ ਦੇ ਘਰ ਦੇ ਵਿੱਚ ਆਏ। ਉੱਥੇ ਸਤਿਗੁਰੂ ਦਾ ਅਸਵਾਰਾ ਉੱਥੇ ਰੱਖਿਆ ਗਿਆ ਅਤੇ ਲੰਮਾ ਸਮਾਂ ਮੀਂਹ ਚੱਲਿਆ। ਜਦੋਂ ਮੀਂਹ ਰੁਕਿਆ ਫਿਰ ਸਤਿਗੁਰੂ ਜੀ ਦੇ ਸਵਰੂਪ ਅੱਗੇ ਜਿੱਥੇ ਸਤਿਗੁਰੂ ਜੀ ਨੇ ਜਾਣਾ ਸੀ ਉੱਥੇ ਸੰਗਤ ਲੈ ਕੇ ਗਈ। ਸਤਿਗੁਰੂ ਨੇ ਮਾਨੋ ਇਹ ਆਖ ਦਿੱਤਾ ਹੋਵੇ, ਧੀਏ ਮੈਂ ਤੇਰੇ ਘਰ ਇਕੱਲਾ ਨਹੀਂ, ਪੂਰੀ ਸੰਗਤ ਨੂੰ ਲੈ ਕੇ ਆਵਾਂਗਾ। ਇਹ ਬਖਸ਼ਿਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ। ਇਸ ਭਾਵਨਾ ਨਾਲ ਕਦੀ ਵੇਖਣਾ ਪ੍ਰੇਮ ਕਰਕੇ ਗੁਰੂ ਸਾਹਿਬ ਜੀ ਦੇ ਨਾਲ। ਬਹੁਤਿਆਂ ਦਾ ਹੋਵੇਗਾ ਵੀ, ਐਸਾ ਨਹੀਂ ਵੀ ਨਹੀਂ ਹੈ, ਪਰ ਜਿਨ੍ਹਾਂ ਦੇ ਅੰਦਰ ਕਿਧਰੇ ਤੋਟ ਹੈ ਜਾਂ ਕਮੀ ਹੈ ਜਾਂ ਲੱਗਦਾ ਹੈ ਹੁੰਦਾ ਨਹੀਂ ਪ੍ਰੇਮ, ਉਹ ਇਸ ਭਾਵਨਾ ਨਾਲ ਕਰਕੇ ਵੇਖੋ ਪ੍ਰੇਮ ਕਦੀ। ਤਾਂ ਪਾਤਸ਼ਾਹ ਕਹਿੰਦੇ ਕਿ ਇਸ ਤਰੀਕੇ ਦਾ ਜਦੋਂ ਪ੍ਰੇਮ ਕੋਈ ਕਰੇਗਾ ਨਾ, ਇਹ ਭਗਤੀ ਪਰਮਾਤਮਾ, ਔਰ ਇਹੀ ਪ੍ਰੇਮ ਕਰਨ ਲਈ ਅਸੀਂ ਸੰਸਾਰ ਵਿੱਚ ਆਏ ਹਾਂ। ਪਰ ਜੋ ਵਿੱਚ ਬੇਨਤੀ ਆਈ ਹੈ, ਕਿਉਂਕਿ ਗੱਲ ਕੁਚੱਜੀ ਦੀ ਹੋ ਰਹੀ ਹੈ ਇਸ ਸਮੇਂ, ਕਿ ਕੁਚੱਜੀ ਨੇ ਇਸ ਪ੍ਰੇਮ ਦੀ ਖੇਡ ਨੂੰ ਸਮਝਿਆ ਕੋਈ ਨਹੀਂ। ਉਹਦੇ ਜੀਵਨ ਵਿੱਚ ਪ੍ਰੇਮ ਦੀ ਜਗ੍ਹਾ ਬਗ ਆ ਗਏ, ਅਡੰਬਰ ਆ ਗਏ, ਪਖੰਡ ਆ ਗਏ, ਕੇਵਲ ਬਾਹਰਲਾ ਦਿਖਾਵਾ ਆ ਗਿਆ ਉਹਦੀ ਜ਼ਿੰਦਗੀ ਦੇ ਵਿੱਚ, ਬਾਹਰਲਾ ਦਿਖਾਵਾ। ਹੁਣ ਇਸ ਤਰ੍ਹਾਂ ਸਾਰੀ ਜ਼ਿੰਦਗੀ, ਰਾਤ ਆਈ ਦਿਨ ਆਇਆ, ਦਿਨਸ ਚੜ੍ਹੇ ਫਿਰ ਆਥਵੈ ਰਹਿਣ ਸਬਾਈ ਜਾਏ, ਦਿਵਸ ਹੈ ਸ਼ਾਇਦ, ਦਿਵਸ ਚੜ੍ਹੇ ਫਿਰ ਆਥਵੈ ਰਹਿਣ ਸਬਾਈ ਜਾਏ। ਇਸ ਤਰ੍ਹਾਂ ਸਾਰੀ ਜ਼ਿੰਦਗੀ ਸੁੱਤੀ ਹੋਈ ਦੀ, ਸੁੱਤੀ ਦਾ ਅਰਥ ਕੀ ਹੈ ਜੀ? ਅਗਿਆਨਤਾ, ਮੋਹ। ਇਸ ਨੀਂਦ ਵਿੱਚ ਸੁੱਤੀ ਹੋਈ ਝਾਲ ਹੋ ਗਿਆ। ਝਾਲ ਕਹਿੰਦੇ ਹਨ ਜੀ ਜਿਹਨੂੰ ਅਸੀਂ ਆਖਦੇ ਹਾਂ ਸਵੇਰਾ, ਜਿਹਨੂੰ ਝਾਲਾ ਗੇ ਉਠ ਨਾਮ ਜਪ, ਝਾਲ ਇਹ ਉਸ ਪਾਸੇ ਦੀ ਬੋਲੀ ਦਾ ਸ਼ਬਦ ਹੈ। ਸਵੇਰ ਹੋ ਗਈ, ਪੌ ਫੁਟਾਲਾ ਹੋ ਗਿਆ। ਸੁੱਤੀ ਸੁੱਤੀ ਝਾਲ ਥੀਆ, ਭੁੱਲੀ ਵਾਟੜੀ ਆਸ ਜਿਉ। ਮਾਇਆ ਦੇ ਮੋਹ ਦੀ, ਅਗਿਆਨਤਾ ਦੀ, ਗਫਲਤ ਦੀ ਨੀਂਦ ਵਿੱਚ ਸੁੱਤੀ ਹੋਈ ਇਸ ਜੀਵ ਇਸਤਰੀ ਦਾ ਹੁਣ ਇਸ ਜ਼ਿੰਦਗੀ ਰੂਪੀ ਰਾਤ ਦਾ ਸਵੇਰਾ ਹੋ ਗਿਆ ਹੈ। ਬਿਲਕੁਲ ਬੁਢੇਪਾ ਵੀ ਆਪਣੇ ਅੰਤਲੇ ਸਮੇਂ ਤੱਕ ਆ ਗਿਆ। ਬੁਢੇਪੇ ਦੀ ਵੀ ਡਿਊਰੇਸ਼ਨ ਹੈ ਨਾ ਜੀ, 60 ਕਹਿ ਬੁਢੇਪਾ ਆਵੇ, ਇੱਥੇ ਆਵੇ ਦੱਸਿਆ ਗਿਆ ਹੈ, ਪਰ ਜਾਂਦਾ ਕਦੋਂ ਹੈ? ਫਿਰ ਮੌਤ ਨਾਲ ਹੀ ਜਾਂਦਾ ਹੈ। ਹੁਣ ਕਿਤਨੇ ਸਾਲ ਦਾ ਬੁਢੇਪਾ ਹੈ? ਕਈ ਵਾਰ 10 ਸਾਲ ਦਾ ਹੈ, ਕਈ ਵਾਰ 20 ਸਾਲ ਦਾ ਹੈ, ਕਈ ਵਾਰ 50 ਸਾਲ ਦਾ ਹੈ, 40। ਇਹ ਤਾਂ ਹੁਣ ਕਿਤਨੇ ਕੁ ਸਾਲ ਦਾ ਬੁਢੇਪਾ ਹੈ ਇਹ ਨਹੀਂ ਪਤਾ। ਪਰ ਕਹਿੰਦੇ ਸੁੱਤੀ ਹੋਈ ਦਾ ਝਾਲ ਹੋ ਗਿਆ, ਭਾਵ ਬੁਢੇਪਾ ਆ ਗਿਆ, ਭਾਵ ਮੌਤ ਸਿਰ ਤੇ ਆ ਗਈ ਹੈ। ਪਰ ਇਸ ਸਮੇਂ ਵੀ ਸਤਿਗੁਰੂ ਕਹਿੰਦੇ ਭੁੱਲੀ ਵਾਟੜੀ ਆਸ ਜਿਉ। ਇਹ ਹਲੇ ਵੀ ਜੀਵਨ ਦੀ ਜਿਹੜੀ ਸੋਹਣੀ ਵਾਟ ਸੀ, ਸਿਮਰਨ ਵਾਲੀ ਵਾਟ ਸੀ। ਵਾਟੜੀ ਆਸ ਦਾ ਅਰਥ ਹੈ ਸਿਮਰਨ ਵਾਲਾ ਰਸਤਾ। ਸਿਮਰਨ ਵਾਲਾ ਰਸਤਾ ਇਹ ਭੁਲਾਈ ਬੈਠੀ ਹੈ। ਇਹ ਹਾਲੇ ਵੀ ਉਜੜੇ ਪਈ ਹੋਈ ਹੈ। ਹਾਲੇ ਵੀ ਸੋਚਦੀ ਹੈ ਕਿ ਜਿਹੜੇ ਕੁਝ ਸਵਾਸ ਬਚ ਗਏ ਹਨ, ਇਹਨਾਂ ਨਾਲ ਵੀ ਕੇਵਲ ਸੰਸਾਰ ਦਾ ਹੀ ਰਸ ਲੈ ਲਵਾਂ, ਦੁਨਿਆਵੀ ਰਸ ਹੀ ਲੈ ਲਵਾਂ। ਸਤਿਗੁਰੂ ਕਹਿੰਦੇ ਤੈਂ ਸ਼ਹ ਨਾਲੋਂ ਮੁੱਤੀਅਸ, ਦੁੱਖਾਂ ਕੂੰ ਤਰਿਆਸ ਜਿਉ। ਤੈਂ ਸ਼ਹ ਨਾਲੋਂ, ਸੈਕਿੰਡ ਪਰਸਨ ਵਿੱਚ ਹੈ। ਮੈਂ ਹੈ ਪ੍ਰਭੂ ਤੇਰੇ ਨਾਲੋਂ, ਸ਼ਹ ਦਾ ਅਰਥ ਫਿਰ ਉਹੀ ਹੈ ਪਤੀ ਖਸਮ। ਹੇ ਪ੍ਰਭੂ ਪਤੀ, ਮੈਂ ਤੇਰੇ ਨਾਲੋਂ, ਮੁੱਤੀਅਸ ਦਾ ਭਾਵ ਹੈ ਵਿਛੜੀ ਗਈ ਹਾਂ, ਵਿਛੜ ਚੁੱਕੀ ਹੋਈ ਹਾਂ, ਹਾਲੇ ਵੀ ਵਿਛੜੀ ਹੋਈ ਹਾਂ। ਮੇਰੀ ਸੁਰਤ, ਮੇਰਾ ਸਨੇਹ ਤੇਰੇ ਨਾਲ ਨਹੀਂ ਜੁੜਿਆ ਜਿਵੇਂ ਜੁੜਨਾ ਚਾਹੀਦਾ ਸੀ। ਦੁੱਖਾਂ ਕੂੰ ਤਰਿਆਸ ਜਿਉ। ਮੈਂ ਕੇਵਲ ਦੁੱਖਾਂ ਨੂੰ ਹੀ ਆਪਣੇ ਜੀਵਨ 'ਚ ਧਰ ਲਿਆ ਹੈ, ਭਾਵ ਇਕੱਠਾ ਕਰਕੇ ਬਹਿ ਗਈ ਹਾਂ। ਭਾਵ ਮੇਰੇ ਸਾਰੇ ਉਹ ਕਰਮ ਜਿਹੜੇ ਹੁਣ ਤੱਕ ਮੈਂ ਕੀਤੇ ਹਨ,
ਇਹਨਾਂ ਸਾਰੇ ਕਰਮਾਂ 'ਚੋਂ ਮੈਨੂੰ ਵਿਛੋੜੇ ਦਾ, ਪੀੜ ਦਾ ਦੁੱਖ ਹੀ ਪ੍ਰਾਪਤ ਹੋਣਾ ਹੈ। ਮਾਨੋ ਮੈਂ ਦੁੱਖ ਸਾਂਭ ਕੇ ਬੈਠੀ ਹੋਈ ਹਾਂ। ਤੁਧ ਗੁਣ ਮੈਂ ਸਭ ਅਵਗਣਾ, ਇਕ ਨਾਨਕ ਕੀ ਅਰਦਾਸ ਜਿਓ। ਹੇ ਪ੍ਰਭੂ, ਤੁਧ ਗੁਣ, ਤੇਰੇ ਵਿੱਚ ਗੁਣ ਹੀ ਗੁਣ ਹਨ। ਭਾਵ ਤੂੰ ਗੁਣਾਂ ਵਾਲਾ ਹੈ, ਤੂੰ ਗੁਣਾਂ ਦੀ ਮੂਰਤ ਹੈ, ਤੂੰ ਗੁਣੇ ਨਿਧਾਨ ਹੈ। ਮੈਂ ਸਭ ਅਵਗਣਾ, ਮੇਰੇ ਵਿੱਚ ਸਭੀ ਭਾਵ ਸਾਰੇ ਔਗੁਣ ਮੇਰੇ ਅੰਦਰ ਹਨ। ਕੋਈ ਇੱਕ ਔਗੁਣ ਨਹੀਂ ਜਿਹੜਾ ਮੈਂ ਕਹਾਂ ਮੇਰੇ ਵਿੱਚ ਨਾ ਹੋਵੇ। ਦੁਨੀਆ ਦੇ ਸਾਰੇ ਔਗੁਣ ਮੈਨੂੰ ਆਪਣੇ ਵਿੱਚ ਨਜ਼ਰ ਆ ਰਹੇ ਹਨ, ਔਰ ਇਹ ਔਗੁਣ ਹੀ ਤੇ ਹਨ ਜਿਨ੍ਹਾਂ ਨੇ ਮੈਨੂੰ ਤੇਰੇ ਨਾਲੋਂ ਵਿਛੋੜਿਆ ਹੋਇਆ ਹੈ। ਇਹੀ ਤੇ ਉਸ ਕੂੜ ਦੀ ਪਾਲ ਦੇ ਵਿੱਚ ਬੜੀ ਵੱਡੀ ਭੂਮਿਕਾ ਨਿਭਾਉਂਦੇ ਹਨ। ਉਸ ਕੂੜ ਦੀ ਪਾਲ ਨੂੰ ਹੋਰ 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 ਵੱਡਾ ਕਰੀ ਜਾ ਰਹੇ ਹਨ, ਹੋਰ ਵਧਾਈ ਜਾ ਰਹੇ ਹਨ। ਤੇ ਪਰਮਾਤਮਾ ਹੁਣ ਤੇ ਕੇਵਲ ਇੱਕੋ ਚੀਜ਼ ਹੈ ਮੇਰੇ ਕੋਲ, ਇੱਕ ਨਾਨਕ ਕੀ ਅਰਦਾਸ ਜਿਉ। ਮੇਰੀ ਨਾਨਕ ਦੀ ਨਾ ਇਹ ਜੀਵ ਇਸਤਰੀ ਆਖ ਰਹੀ ਹੈ, ਤੇਰੇ ਅੱਗੇ ਸਿਰਫ ਇੱਕ ਬੇਨਤੀ ਹੈ। ਮੈਂ ਹੁਣ ਅੱਗੇ ਕੁਛ ਨਹੀਂ ਕਹਿ ਸਕਦੀ। ਆਪਣੇ ਅਵਗੁਣਾਂ ਨੂੰ ਮੈਂ ਸਵੀਕਾਰ ਲਿਆ ਹੈ। ਮੈਨੂੰ ਇਹ ਵੀ ਸਮਝ ਆ ਗਈ ਹੈ ਕਿ ਮੇਰੇ ਅੰਦਰ ਦੋਸ਼ ਹੀ ਦੋਸ਼ ਹਨ। ਮੈਂ ਉਹਨਾਂ ਸੁਹਾਗਣਾ ਵਰਗੀ ਨਹੀਂ ਬਣ ਸਕੀ ਜੋ ਤੇਰੇ ਚਰਨਾਂ ਦਾ ਨਿੱਘ ਮਾਣਦੀਆਂ ਪਈਆਂ ਹਨ। ਮੈਨੂੰ ਆਪਣੇ ਕੁਚੱਜ ਵੀ ਨਜ਼ਰ ਆ ਚੁੱਕੇ ਹਨ, ਆਪਣੀਆਂ ਕਮੀਆਂ ਵੀ ਦਿਸ ਪਈਆਂ ਹਨ, ਔਰ ਮੈਂ ਉਹਨਾਂ ਨੂੰ ਦੂਰ ਕਰਨ ਦਾ ਯਤਨ ਵੀ ਨਹੀਂ ਸ਼ੁਰੂ ਕੀਤਾ ਹਾਲੇ ਤੱਕ। ਔਰ ਜੀਵਨ ਬਿਲਕੁਲ ਆਪਣੇ ਅੰਤਲੇ ਪੜਾਵ 'ਤੇ ਪਹੁੰਚ ਚੁੱਕਿਆ ਹੈ। ਮਤਲਬ ਅੱਗੇ ਹੁਣ ਵਕਤ ਵੀ ਨਹੀਂ ਹੈ ਮੇਰੇ ਕੋਲ। ਅਤੇ ਇਸ ਪਰਿਸਥਿਤੀ ਵਿੱਚ, ਇਸ ਹਾਲਤ ਦੇ ਵਿੱਚ ਮੇਰੇ ਕੋਲ ਅਰਦਾਸ ਤੋਂ ਇਲਾਵਾ ਹੁਣ ਕੁਛ ਵੀ ਨਹੀਂ ਹੈ। ਅਤੇ ਮੈਂ ਇੱਕ ਬੇਨਤੀ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬੋਲ ਰੱਖਾਂਗਾ। ਬਲ ਛੁੱਟ ਕਿਉ, ਆਖੋ ਜੀ, ਬਲ ਛੁੱਟ ਕਿਉ ਬੰਧਨ ਪਰੇ, ਕਛੂ ਨ ਹੋਤ ਉਪਾਏ। ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਸੱਚਮੁੱਚ ਜੀਵ ਇਸਤਰੀ ਦੀ ਇਹ ਹਾਲਤ ਹੈ ਇੱਥੇ। ਪਰ ਕਿਉਂਕਿ ਹੁਣ ਉਹਨੇ ਓਟ ਲੈ ਲਈ, ਅਰਦਾਸ ਕਰ ਲਈ ਨਾ, ਉਸ ਹਾਲਤ ਵਿੱਚ ਵੀ ਕੋਈ ਆਪਣੇ ਆਪ ਨੂੰ ਰੱਬ ਦੇ ਪਰਾਇਣ ਕਰ ਦੇਵੇ। ਪਰਾਇਣ ਦਾ ਅਰਥ ਕੀ ਹੈ? ਰੱਬ ਦੇ ਆਸਰੇ ਆਪਣੇ ਆਪ ਨੂੰ ਸੁੱਟ ਦੇਵੇ, ਡਿੱਗ ਜਾਵੇ ਉਹਦੇ ਚਰਨਾਂ ਦੇ ਉੱਤੇ, ਆਖੇ ਮੈਂ ਆਪਣੀ ਮੈਂ ਤਿਆਗੀ, ਮੈਂ ਜਿਹਾ ਜਾਵੀ ਹਾਂ, ਬਸ ਹੁਣ ਤੇਰੇ ਚਰਨਾਂ ਵਿੱਚ ਹਾਂ, ਹੁਣ ਤੂੰ ਮੈਨੂੰ ਰੱਖਣਾ ਹੈ। ਸਤਿਗੁਰੂ ਕਹਿੰਦੇ ਫਿਰ ਬਖਸ਼ਿਸ਼ ਵਰਤੇਗੀ। ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਇਹ ਆਖਰੀ ਬੋਲ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ 9ਵੇਂ ਮਹੱਲੇ ਦੇ ਸ਼ਲੋਕ। ਆਪ ਨੂੰ ਪਤਾ ਹਨ ਕਿ ਸਭ ਕੁਝ ਕਿਉਂਕਿ ਰੱਬ ਦੇ ਹੱਥ ਵਿੱਚ ਹੈ, ਆਪ ਹੀ ਸਹਾਇਤਾ ਕਰੇਗਾ। ਬਸ ਤੂੰ ਅਰਦਾਸ ਕਰੀ ਕੀ ਜੋ ਇੱਥੇ ਕੀਤੀ ਹੈ। ਸਭ ਰਾਤੀ ਸੁਹਾਗਣੀ, ਮੈਂ ਡੋਹਾਗਣ ਕਾਈ ਰਾਤ ਜਿਉ। ਅਰਦਾਸ ਇਹ ਹੈ ਪਰਮਾਤਮਾ ਪ੍ਰਭੂ ਪਤੀ ਤੇਰੇ ਅੱਗੇ ਕਿ ਸਾਰੀਆਂ ਸੁਹਾਗ ਭਾਗ ਵਾਲੀਆਂ ਜਿਹੜੀਆਂ ਜੀਵ ਇਸਤਰੀਆਂ ਹਨ ਨਾ, ਉਹ ਰਾਤੀ ਦਾ ਭਾਵ ਹੈ ਤੇਰੇ ਨਾਲ ਜੁੜ ਗਈਆਂ ਹਨ, ਤੇਰੇ ਵਿੱਚ ਰੰਗੀਆਂ ਗਈਆਂ ਹਨ। ਅਤੇ ਮੈਂ ਡੋਹਾਗਣ, ਮੈਨੂੰ ਡੋਹਾਗਣ ਨੂੰ, ਮੈਨੂੰ ਡੁੰਮਣੀ ਨੂੰ, ਮੈਨੂੰ ਅਭਾਗਣ, ਮੈਨੂੰ ਬਦਨਸੀਬ ਨੂੰ ਤੂੰ ਕੋਈ ਵੀ ਇੱਕ ਰਾਤ ਬਖਸ਼ਿਸ਼ ਕਰ ਦੇ। ਮੈਨੂੰ ਕਿਸੇ ਵੀ ਰਾਤ ਆਪਣੇ ਨਾਲ ਮਿਲਾ ਲੈ। ਮੈਂ ਡੋਹਾਗਣ ਕਾਈ ਰਾਤ ਜਿਉ, ਭਾਵ ਮੈਂ ਨਹੀਂ ਮੰਗਦੀ, ਮੈਂ ਕੇਵਲ ਤੇਰੇ ਅੱਗੇ ਆ ਕੇ ਡਿੱਗ ਚੁੱਕੀ ਹਾਂ। ਹੁਣ ਜਦੋਂ ਤੇਰੀ ਮਰਜ਼ੀ ਹੈ ਤੂੰ ਮੈਨੂੰ ਆਪਣੇ ਨਾਲ ਮੇਲ ਲੈ, ਭਾਵ ਮੇਰੇ ਉੱਤੇ ਮਿਹਰ ਦੀ ਨਿਗਾਹ ਕਰ, ਮੇਰੇ ਉੱਤੇ ਬਖਸ਼ਿਸ਼, ਮੇਰੇ ਉੱਤੇ ਨਜ਼ਰ ਕਰ ਆਪਣੀ। ਕਰਮਹੀਣ ਧਨ ਕਰੈ ਬੇਨੰਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਇੱਥੇ ਜੋ ਕੁਚੱਜੀ ਵਾਲਾ ਸ਼ਬਦ ਹੈ
ਉਹ ਸਮਾਪਤ ਹੋਇਆ। ਮੈਂ ਇੱਕ ਵਾਰ ਫਿਰ ਸਮਰੀ 1 ਮਿੰਟ 'ਚ ਕਰਕੇ ਸਮਾਪਤੀ ਕਰਾਂ। ਆਪਣੇ ਡੋਸੜਿਆਂ ਦੀ ਪਛਾਣ ਹੋਣੀ, ਕਬੂਲੀਅਤ ਹੋਣੀ ਬੜੀ ਜ਼ਰੂਰੀ ਹੈ। ਕਹਿਣਾ ਪਵੇਗਾ ਮੰਝ ਕੁਚੱਜੀ, ਕੋਈ ਹੋਰ ਨਹੀਂ, ਮੰਝ ਕੁਚੱਜੀ ਅੰਮਾਵਣ ਡੋਸੜੇ। ਹਾਂ ਕਿਉਂ ਸ਼ਹਰਾਵਣ ਜਾਉ ਜਿਉ, ਦੋਸਾਂ ਨਾਲ ਤੇ ਮਿਲ ਨਹੀਂ ਸਕਾਂਗੀ, ਪਰ ਜਿਹੜੀਆਂ ਉਸ ਮਾਲਕ ਦੇ ਨਾਲ ਜੁੜੀਆਂ ਹੋਈਆਂ ਹਨ ਉਹਨਾਂ ਨੂੰ ਵੇਖ ਕੇ ਅਗਰ ਰੀਸ ਵੀ ਆ ਗਈ ਨਾ, ਰੀਸ ਵੀ ਚੰਗੀ ਹੈ, ਵਹਿਰ ਨਹੀਂ ਆਉਣਾ ਚਾਹੀਦਾ। ਬਸ ਰੀਸ ਆ ਜਾਵੇ ਕੋਈ ਗੱਲ ਨਹੀਂ, ਪਰ ਰੀਸ ਨਾਲ ਅਰਦਾਸ ਜੁੜੇ, ਰੋਸ਼ ਨਾ ਜੁੜੇ। ਵੀ ਹੇ ਵਾਹਿਗੁਰੂ, ਜਿਵੇਂ ਉਹਨਾਂ ਤੇ ਬਖਸ਼ਿਸ਼ ਹੈ ਮੇਰੇ ਤੇ ਵੀ ਕਰ, ਮੈਨੂੰ ਵੀ ਆਪਣੇ ਅੰਕ ਆਪਣੀਆਂ ਬਾਹਾਂ 'ਚ, ਆਪਣੀ ਗਲਵਕੜੀ 'ਚ ਤੂੰ ਲੈ ਲੈ, ਮੈਨੂੰ ਵੀ ਆਪਣੇ ਗੱਲ ਨਾਲ ਲਾ। ਇਹ ਉਹ ਜੀਵ ਇਸਤਰੀ ਅਭਾਗਣ ਅਰਦਾਸ ਕਰ ਰਹੀ ਹੈ, ਜਿਹੜੀ ਡੋਸੜਿਆਂ ਦੇ ਨਾਲ, ਭਾਵ ਮੇਰੀ ਸੁਰਤ ਨੂੰ ਵੀ ਆਪਣੇ ਸ਼ਬਦ ਨਾਲ ਜੋੜ। ਅਰਥ ਤੇ ਇਹੀ ਹੋਏਗਾ ਨਾ ਅਧਿਆਤਮਕ। ਤੇ ਫਿਰ ਗੱਲਬਾਤ ਵੀ ਸਤਸੰਗੀਆਂ ਨਾਲ ਕੀਤੀ। ਉਹਨਾਂ ਨੇ ਇੱਕੋ ਹੀ ਗੱਲ ਆਖੀ, ਭਾਈ ਰੱਬ ਤੋਂ ਜਿਹੜੀ ਬਖਸ਼ਿਸ਼ ਹੈ ਨਾ, ਬਿਨਾਂ ਉਹਦੇ ਅੱਗੇ ਢਹਿਆਂ ਨਹੀਂ ਮਿਲਦੀ, ਤੂੰ ਢਹਿ ਪੈ ਬਸ ਹੁਣ ਇਹ ਡਿੱਗੀ ਹੈ, ਗਿਰੀ ਹੈ ਮਾਲਕ ਦੇ ਚਰਨਾਂ ਦੇ ਵਿੱਚ। ਤੇ ਗਿਰਦਿਆਂ ਗਿਰਦਿਆਂ ਇਸ ਨੇ ਇੱਕ ਅਰਦਾਸ ਕੀਤੀ ਹੈ, ਸਭ ਰਾਤੀ ਸੁਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ। ਹੁਣ ਰੱਬ ਇਸ ਅਰਦਾਸ ਨੂੰ ਕਿਵੇਂ ਸੁਣ ਕੇ ਕਬੂਲੇਗਾ ਔਰ ਇਹਦੇ ਜੀਵਨ ਨੂੰ ਹੁਣ ਕਿਸ ਤਰ੍ਹਾਂ ਬਦਲਿਆ ਜਾਏਗਾ, ਅਗਲੇ ਸ਼ਬਦ ਵਿੱਚ ਸਤਿਗੁਰੂ ਉਹਦਾ ਵਰਣਨ ਕਰਨਗੇ। ਗੁਰੂ ਸਾਹਿਬ ਕਿਰਪਾ ਰਹਿਮਤ ਕਰਨ। ਇਹ ਵਿਚਾਰਾਂ ਹੁਣ ਸੁਚੱਜੀ ਸ਼ੁਰੂ ਹੋਏਗੀ ਜੋ ਰਚਨਾ ਹੈ। ਬਿਲਕੁਲ ਆਪ ਵੇਖੋਗੇ ਕਿਸ ਤਰ੍ਹਾਂ ਜੀਵਨ ਦੀ ਗਤ ਪਰਿਵਰਤਿਤ ਹੋ ਗਈ ਹੈ। ਜੋ ਸਾਰੇ ਦੋਸ਼ ਸਨ ਨਾ, ਹੁਣ ਉਹ ਗੁਣਾਂ ਵਿੱਚ ਤਬਦੀਲ ਹੋਣੇ ਹਨ, ਪਰ ਬਖਸ਼ਿਸ਼ ਉਸ ਇੱਕ ਦੀ। ਸਤਿਗੁਰੂ ਕਿਰਪਾ ਰਹਿਮਤ ਕਰਨ ਅਗਲੇ ਸਮਿਆਂ ਵਿੱਚ ਇਹ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾ ਸਕਣ। ਅੱਜ ਇਤਨੇ ਬਚਨ ਪ੍ਰਵਾਨ ਕਰਨੇ ਹੋਈਆਂ ਭੁੱਲਾਂ ਦੀ ਖਿਮਾ, ਅਦਬ ਸਤਕਾਰ ਪ੍ਰੇਮ ਭਾਵਨਾ ਸਹਿਤ ਗੁਰੂ ਬਖਸ਼ੀ ਫਤਿਹ ਦੀ ਪਾਵੋ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।